ਮਜ਼ਦੂਰ ਏਕਤਾ जिंदाबाद। ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਉਹ ਪਹਿਲਾਂ ਲੋਕਾਂ ਦੇ ਨਾਲ ਬੜੇ ਲੁਭਾਵਣੇ ਵਾਅਦੇ ਕਰਦੀਆਂ ਹੁੰਦੀਆਂ ਕਿ ਅਸੀਂ ਇਹ ਕਰ ਦਾਂਗੇ। ਇਸੇ ਤਰ੍ਹਾਂ ਮੋਦੀ ਸਰਕਾਰ ਨੇ ਵੀ ਕੀਤਾ ਸੀ। ਜਦੋਂ ਸੱਤਾ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਬਾਅਦ ਨਜ਼ਰੀਏ ਬਦਲ ਕਿਉਂ ਜਾਂਦੇ ਆ? ਜਿੰਨੇ ਵੀ ਅੱਜ ਤੱਕ 60-70 ਸਾਲ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੀਡਰਾਂ ਨੇ ਜਿਹੜੇ ਝੂਠੇ ਲਾਰੇ ਲਾਉਣੇ ਸ਼ੁਰੂ ਕੀਤੇ ਸੀ, ਹੁਣ ਉਹਦਾ ਖਾਤਮਾ ਹੋਣ ਦਾ ਟਾਈਮ ਆ ਗਿਆ। ਪੋਲੀਟੀਕਲ ਪਾਰਟੀਆਂ ਨੂੰ ਇਹ ਹੁਣ ਸਮਝ ਲੈਣਾ ਚਾਹੀਦਾ ਵੀ ਆਉਣ ਵਾਲਾ ਟਾਈਮ ਆ ਜਿਹੜਾ ਇਹ ਝੂਠ ਦਾ ਔਰ ਠੱਗੀ ਦਾ, ਬੇਈਮਾਨੀ ਦਾ, ਲਾਲਚੀ ਦਾ ਨਹੀਂ ਰਹਿ ਜਾਣਾ। ਲੋਕਾਂ ਨੇ ਇੱਕ ਇੱਕ ਪੈਸੇ ਦਾ ਹਿਸਾਬ ਮੰਗਣਾ ਉਹਨਾਂ ਤੋਂ ਵੀ ਉਹ ਪਹਿਲਾਂ ਕੀ ਸੀ ਅੱਜ ਕੀ ਨੇ। मोदी के पगड़े पावांगे। ਸਤਿ ਸ਼੍ਰੀ ਅਕਾਲ, ਤੁਸੀਂ ਦਾ ਅਨਮਿਊਟ ਦੇ ਨਾਲ ਜੁੜੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਅਸੀਂ ਇਸ ਵੇਲੇ ਗੁਰਦੁਆਰਾ ਸੋਹਾਣਾ ਸਾਹਿਬ ਦੇ ਬਾਹਰ ਆ, ਜਿੱਥੇ ਲਗਭਗ 75 ਦਿਨਾਂ ਤੋਂ ਭੁੱਖ ਹੜਤਾਲ ਚੱਲ ਰਹੀ ਹੈ ਪੁਆਧ ਇਲਾਕੇ ਦੇ ਪਿੰਡਾਂ ਦੇ ਲੋਕਾਂ ਦੇ ਵੱਲੋਂ। ਇਹ ਲਾਗਲੇ ਪਿੰਡ ਨੇ ਜਿਹੜੇ ਪੁਆਧ ਦੇ ਏਰੀਏ ਦੇ ਵਿੱਚ ਆਉਂਦੇ ਆ, ਉਹਨਾਂ ਦੇ 10 ਤੋਂ 15 ਲੋਕ ਕਿਸਾਨ ਭੁੱਖ ਹੜਤਾਲ ਤੇ ਬੈਠਦੇ ਨੇ ਔਰ ਕਿਸਾਨੀ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਹ ਵੱਖ-ਵੱਖ ਧਰਨੇ ਜਿਹੜੇ ਲਗਾਤਾਰ ਚੱਲ ਰਹੇ ਆ। ਉਸੇ ਦੀ ਲੜੀ ਦੇ ਵਿੱਚੋਂ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਇਹ ਧਰਨਾ ਲਗਾਤਾਰ ਚੱਲ ਰਿਹਾ ਹੈ। ਅੱਜ ਇੱਥੇ ਮੋਹਾਲੀ ਦਾ ਆਜ਼ਾਦ ਗਰੁੱਪ ਦੀ ਸਮੂਹ ਲੀਡਰਸ਼ਿਪ ਇੱਥੇ ਪਹੁੰਚੀ ਹੈ। ਅਗਵਾਈ ਕੀਤੀ ਹੈ ਸਾਬਕਾ ਮੇਅਰ ਸਰਦਾਰ ਕੁਲਵੰਤ ਸਿੰਘ ਹੋਰਾਂ ਨੇ, ਜਿਹੜੇ ਅੱਜ ਭੁੱਖ ਹੜਤਾਲ ਤੇ ਬੈਠੇ ਨੇ। ਉਹਨਾਂ ਦਾ ਮੰਨਣਾ ਹੈ ਕਿ ਇਹ ਲੜਾਈ ਜਿਹੜੀ ਹੈ ਇਹ ਕਿਸੇ ਇੱਕ ਇਨਸਾਨ ਦੀ ਨਹੀਂ, ਇਕੱਲੇ ਕਿਸਾਨ ਦੀ ਨਹੀਂ, ਇਕੱਲੇ ਮਜ਼ਦੂਰ ਦੀ ਨਹੀਂ, ਹਰ ਇੱਕ ਇਨਸਾਨ ਦੀ ਹੈ ਜਿਹੜਾ ਅੰਨ ਖਾਂਦਾ ਹੈ, ਜਿਹੜਾ ਰੋਟੀ ਖਾਂਦਾ ਹੈ, ਜਿਹੜਾ ਬਾਜ਼ਾਰ 'ਚੋਂ ਵੀ ਖਰੀਦ ਕੇ ਲੈ ਕੇ ਆਉਂਦਾ ਹੈ। ਕਿਸਾਨ ਦੇ ਖੇਤੋਂ ਸਾਰਾ ਕੁਝ ਜਾਂਦਾ ਹੈ, ਉਹ ਖਰੀਦਦਾ ਤਾਂ ਲੜਾਈ ਸਭ ਦੀ ਹੈ। ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਸ ਲੜਾਈ ਨੂੰ ਸਮਝ ਕਿੱਥੋਂ ਤੱਕ ਰਹੇ ਨੇ, ਕਿਉਂਕਿ ਇੱਕ ਪੋਲੀਟੀਕਲ ਗਰੁੱਪ ਦੇ ਨਾਲ ਵੀ ਉਹ ਸੰਬੰਧ ਰੱਖਦੇ ਨੇ ਔਰ ਪੋਲੀਟੀਕਲ ਲੈਵਲ ਤੋਂ ਕਿਸ ਤਰ੍ਹਾਂ ਦੇ ਨਾਲ ਸੋਚਦੇ ਆ। ਗੱਲਬਾਤ ਕਰਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਰ, ਜੇਕਰ ਆਪਾਂ ਇਸ ਸੰਘਰਸ਼ ਦੀ ਸ਼ੁਰੂਆਤ ਦੀ ਗੱਲ ਕਰੀਏ 25 ਤੋਂ 26 ਨਵੰਬਰ ਜਦੋਂ 2 ਦਿਨ ਦਿੱਲੀ ਵੱਲ ਨੂੰ ਕੂਚ ਕਰਿਆ ਸੀ, ਸਾਰੇ ਬੈਰੀਗੇਟ ਤੋੜੇ ਗਏ, ਉਸ ਦਿਨ ਕੀ ਅਜਿਹਾ ਲੱਗਦਾ ਸੀ ਜਾਂ ਲੋਕ ਅਜਿਹਾ ਸੋਚਦੇ ਸੀ ਕਿ ਸਾਨੂੰ ਇਹ ਲੜਾਈ ਹੈ ਜਿਹੜੀ ਪਗੜੀ ਸੰਭਾਲ ਜੱਟਾ ਜਦੋਂ ਲਹਿਰ ਚੱਲੀ ਸੀ ਉਸ ਤੋਂ ਵੀ ਵੱਧ ਲੜਨੀ ਪੈ ਜੂਗੀ? ਅੱਜ ਲਗਭਗ 10 ਮਹੀਨਿਆਂ ਤੋਂ ਉੱਪਰ ਹੋ ਗਏ ਆ, ਲਗਾਤਾਰ ਸੰਘਰਸ਼ ਉਸੇ ਤਰ੍ਹਾਂ ਜਾਰੀ। ਦੇਖੋ, ਜਦੋਂ ਇਹ ਕਾਲੇ ਕਾਨੂੰਨ ਪਾਸ ਕੀਤੇ ਗਏ ਉਦੋਂ ਜਿਹੜੀ ਸਰਕਾਰ ਦੀ ਨੀਅਤ ਸੀ ਨਾ ਜੀ, ਉਹ ਸਾਫ਼ ਨਜ਼ਰ ਆ ਗਈ ਸੀ ਬਈ ਇਹ ਕਿਸਾਨਾਂ ਨੂੰ, ਮਜ਼ਦੂਰਾਂ ਨੂੰ ਔਰ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਆ ਔਰ ਇਹ ਛੋਟੇ ਕਿਸਾਨਾਂ ਤੋਂ ਰੁਜ਼ਗਾਰ ਖੋਹ ਕੇ, ਉਹਨਾਂ ਦੀ ਇਨਕਮ ਖੋਹ ਕੇ ਵੱਡੇ ਘਰਾਣਿਆਂ ਨੂੰ ਦੇਣਾ ਚਾਹੁੰਦੀ ਆ। ਸੋ ਜਿੱਦਣ ਇਹ ਸੰਘਰਸ਼ ਸ਼ੁਰੂ ਹੋਇਆ ਸੀ ਉਦੋਂ ਤੋਂ ਹੀ ਲੱਗਦਾ ਸੀ ਵੀ ਜਿਹੜਾ ਇਹ ਸੰਘਰਸ਼ ਹੈ ਇਹ ਕੋਈ ਆਸਾਨ ਨਹੀਂ ਹੈ। ਮੌਕੇ ਦੀ ਜਿਹੜੀ ਸਰਕਾਰ ਆ, ਵੱਡੀ ਸਰਕਾਰ ਆ ਜਿਹੜੀ, ਉਹਦੇ ਨਾਲ ਮੱਥਾ ਲਾਉਣ ਵਾਲਾ ਸੰਘਰਸ਼ ਹੈ ਇਹ। ਅਤੇ ਇਹ ਸੰਘਰਸ਼ ਆ ਜਿਹੜਾ ਇਹ ਲੋਕਾਂ ਦੀ ਸਹਿਯੋਗ ਦੇ ਨਾਲ ਲੰਬਾ ਚਲਾਉਣਾ ਪੈਣਾ। ਇਹ ਉਸ ਦਿਨ ਤੋਂ ਹੀ ਨਜ਼ਰ ਆ ਗਿਆ ਸੀ ਜਦੋਂ ਇਹਨਾਂ ਨੇ ਕਾਨੂੰਨ ਪਾਸ ਕੀਤੇ ਸੀ, ਨੰਬਰ 1। ਨੰਬਰ 2, ਜਦੋਂ ਇੱਥੇ 2 ਮਹੀਨੇ 1.5 ਮਹੀਨੇ ਪੰਜਾਬ 'ਚ ਸੰਘਰਸ਼ ਚੱਲਿਆ, ਕਿਸੇ ਨੇ ਗੋਲਿਆ ਤੱਕ ਨਹੀਂ। ਔਰ ਤੀਜਾ, ਫਿਰ ਜਦੋਂ ਦਿੱਲੀ ਵੱਲ ਨੂੰ ਕੂਚ ਕਰਨ ਲੱਗੇ ਉਦੋਂ ਉੱਥੇ ਜਿਹੜੀਆਂ ਵਾਟਰ ਕੈਨਨ ਜਾਂ ਜਿੱਦਾਂ ਦਾ ਉੱਥੇ ਰੋਕਾਂ ਲਾਈਆਂ ਗਈਆਂ, ਬੈਰੀਗੇਡ ਲਾ ਕੇ ਜੋ ਘਟਨਾਕ੍ਰਮ ਵਾਪਰਿਆ, ਉਹਦੇ ਤੋਂ ਸਾਫ਼ ਨਜ਼ਰ ਆਉਣ ਲੱਗ ਗਿਆ ਸੀ ਵੀ ਜਿਹੜੀ ਇਹ ਮੌਕੇ ਦੀ ਹਾਕਮ ਸਰਕਾਰ ਆ ਇਹ ਜਲਦੀ ਕੀਤੇ ਮੰਨਣ ਵਾਲੀ ਨਹੀਂ। ਅਤੇ ਸੰਘਰਸ਼ ਹੈ ਜਿਹੜਾ ਇਸ ਕਿਸਾਨਾਂ ਨੂੰ ਲੰਬਾ ਕਰਨਾ ਪੈਣਾ ਹੈ ਔਰ ਬਹੁਤ ਤਰੀਕੇ ਦੇ ਨਾਲ ਔਰ ਬਹੁਤ ਸਮਝਦਾਰੀ ਨਾਲ ਚਲਾਉਣਾ ਪੈਣਾ। ਔਰ ਮੈਂ ਇਹ ਸਮਝਦਾ ਬਈ ਅੱਜ ਤੱਕ ਜਿੰਨਾ ਲੰਬਾ ਟਾਈਮ ਹੋ ਗਿਆ, ਮੇਰਾ ਖਿਆਲ ਨਹੀਂ ਕੋਈ ਐਡਾ ਲੰਬਾ ਸੰਘਰਸ਼ ਚੱਲਿਆ ਹੋਵੇ। ਔਰ ਜਿੱਦਾਂ ਸਮਝਦਾਰੀ ਦੇ ਨਾਲ ਔਰ ਡਿਸਿਪਲਿਨ ਦੇ ਨਾਲ ਇਹ ਸੰਘਰਸ਼ ਚੱਲਿਆ, ਮੈਨੂੰ ਇਹ ਲੱਗਦਾ ਵੀ ਇਹ ਦੁਨੀਆ ਦੇ ਵਿੱਚੋਂ ਜਿਹੜੇ ਚੱਲੇ ਹੋਏ ਸੰਘਰਸ਼ ਨੇ ਹੋਏ ਨੇ ਅੱਜ ਤੱਕ, ਜਿੰਨੇ ਵੀ ਸੰਘਰਸ਼ ਹੋਏ ਨੇ ਉਹਨਾਂ ਦੇ ਵਿੱਚ ਇੱਕ ਇਹ ਮਿਸਾਲ ਹੈ। ਸਰ, ਇੱਕ ਗੱਲ ਸਮਝਾਇਓ ਕਿ ਜਿਹੜੀਆਂ ਸਿਆਸੀ ਪਾਰਟੀਆਂ ਹੁੰਦੀਆਂ ਉਹ ਪਹਿਲਾਂ ਲੋਕਾਂ ਦੇ ਨਾਲ ਬੜੇ ਲੁਭਾਵਣੇ ਵਾਅਦੇ ਕਰਦੀਆਂ ਹੁੰਦੀਆਂ ਕਿ ਅਸੀਂ ਇਹ ਕਰ ਦਾਂਗੇ। ਇਸੇ ਤਰ੍ਹਾਂ ਮੋਦੀ ਸਰਕਾਰ ਨੇ ਵੀ ਕੀਤਾ ਸੀ। ਜਦੋਂ ਸੱਤਾ ਦੇ ਵਿੱਚ ਆ ਜਾਂਦੀ ਆ ਉਸ ਤੋਂ ਬਾਅਦ ਨਜ਼ਰੀਏ ਬਦਲ ਕਿਉਂ ਜਾਂਦੇ ਆ? ਕਿਉਂਕਿ ਲੋਕ ਤਾਂ ਉਮੀਦ ਕਰਕੇ ਲੈ ਕੇ ਆਉਂਦੇ ਹੁੰਦੇ ਆ ਕਿ ਠੀਕ ਹੈ, ਜੇ ਸਾਡੇ ਲਈ ਗੱਲ ਕਰਦੇ ਨੇ ਤਾਂ ਸਾਡੇ ਬਣ ਕੇ ਚੱਲਣਗੇ। ਪਰ ਜਦੋਂ ਹੁਣ ਇਹੋ ਜਿਹੇ ਹਾਲਾਤ ਬਣ ਜਾਣ, ਉਧਰ ਜਲੰਧਰ ਦੇ ਵਿੱਚ, ਧੰਨੋਵਾਲੀ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਕਿਸਾਨ ਬੈਠੇ ਆ, ਬੈਠਣ ਲਈ ਮਜਬੂਰ ਹੋਣਾ ਪੈ ਗਿਆ।
ਦਿੱਲੀ ਦੇ ਵਿੱਚ ਜਿਹੜਾ ਹੈਗਾ ਹੈ ਉਹ ਕੇਂਦਰ ਸਰਕਾਰ ਦੇ ਖਿਲਾਫ ਬੈਠਣ ਲਈ ਮਜਬੂਰ ਹੋਣਾ ਪੈ ਗਿਆ। ਅਜਿਹੇ ਹਾਲਾਤ ਕਿਉਂ ਬਣ ਜਾਂਦੇ? ਦੇਖੋ ਮੈਂ ਇਹ ਸਮਝਦਾ ਵੀ ਹਰ ਇੱਕ ਚੀਜ਼ ਦਾ ਨਾ ਜੀ ਅੰਤ ਆਉਂਦਾ ਹੈ। ਜਿੰਨੇ ਵੀ ਅੱਜ ਤੱਕ 60-70 ਸਾਲ ਤੋਂ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਲੀਡਰਾਂ ਨੇ ਜਿਹੜੇ ਝੂਠੇ ਲਾਰੇ ਲਾਉਣੇ ਸ਼ੁਰੂ ਕੀਤੇ ਸੀ, ਹੁਣ ਉਹਦਾ ਖਾਤਮਾ ਹੋਣ ਦਾ ਟਾਈਮ ਆ ਗਿਆ। ਇਹ ਜਿਹੜਾ ਸੰਘਰਸ਼ ਕਿਸਾਨੀ ਚੱਲ ਰਿਹਾ ਹੈ, ਇਹਦੇ ਵਿੱਚੋਂ ਇਹ ਵੀ ਇੱਕ ਚੀਜ਼ ਉੱਭਰ ਕੇ ਸਾਹਮਣੇ ਆਊਗੀ ਵੀ ਲੋਕਾਂ ਨੂੰ ਆਪਣੇ ਹੱਕਾਂ ਬਾਰੇ, ਆਪਣੇ ਅਧਿਕਾਰਾਂ ਬਾਰੇ ਪਤਾ ਚੱਲ ਰਿਹਾ ਔਰ ਲੋਕ ਜਾਗਰੂਕ ਹੋ ਰਹੇ ਨੇ। ਔਰ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਲੀਡਰ ਨੇ ਇਹ ਲੋਕਾਂ ਨੂੰ ਝੂਠੇ ਲਾਰੇ ਲੱਪੇ ਨਹੀਂ ਲਾ ਸਕਣਗੇ, ਲੋਕ ਜਵਾਬ ਮੰਗਣਗੇ ਬਕਾਇਦਾ ਤੌਰ 'ਤੇ। ਔਰ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਆਪਣੇ ਲੀਡਰਾਂ ਤੋਂ ਇਹ ਗੱਲ ਦਾ ਜਵਾਬ ਮੰਗਣਾ ਚਾਹੀਦਾ। ਜਦੋਂ ਜਿਹੜਾ ਵੋਟਾਂ ਵੇਲੇ ਜਿਹੜੇ ਬੰਦੇ ਵਾਅਦੇ ਕਰਦੇ ਨੇ ਉਹਨਾਂ ਤੋਂ ਇਹ ਪੁੱਛਣਾ ਚਾਹੀਦਾ ਹੈ ਪਹਿਲਾਂ ਹੀ ਵੋਟ ਦੇਣ ਤੋਂ ਵੀ ਤੁਸੀਂ ਇਹ ਆਪਣੇ ਵਾਅਦੇ ਪੂਰੇ ਕਰੋਗੇ ਕਿੱਦਾਂ, ਤੁਹਾਡੇ ਕੋਲ ਸੋਰਸ ਕੀ ਨੇ, ਤੁਸੀਂ ਕਿਹੜੇ ਹਿਸਾਬ ਦੇ ਨਾਲ ਰੁਜ਼ਗਾਰ ਦਿਓਗੇ, ਕਿੱਥੋਂ ਤੁਸੀਂ ਦਫ਼ਤਰ ਖੋਲ੍ਹੋਗੇ, ਕਿੱਥੋਂ ਤੁਹਾਡੇ ਕੋਲ ਪੈਸਾ ਆਊਗਾ, ਤੁਸੀਂ ਸੋਰਸ ਦੱਸੋ ਤੁਹਾਡੇ ਕੀ ਨੇ। ਜਦੋਂ ਲੋਕ ਇਹ ਦੱਸਣਗੇ ਪੁੱਛਣਗੇ ਤਾਂ ਉਹਨਾਂ ਨੂੰ ਇਹ ਦੱਸਣਾ ਪਊਗਾ ਵੀ ਸਾਡੇ ਸੋਰਸ ਕੀ ਨੇ। ਫਿਰ ਉਹ ਜਦੋਂ ਉਹਨਾਂ ਨੂੰ ਇਹ ਦੱਸਣਾ ਪਊਗਾ ਫਿਰ ਉਹ ਵਾਅਦੇ ਉਨੇ ਕੀ ਕਰਨਗੇ ਜਿੰਨੇ ਉਹਨਾਂ ਦੇ ਕੋਲ ਸੋਰਸ ਹੋਣਗੇ। ਅਤੇ ਇਸ ਕਰਕੇ ਮੈਂ ਸਮਝਦਾ ਵੀ ਲੋਕਾਂ ਨੂੰ ਆਪਣੇ ਲੀਡਰਾਂ ਤੋਂ ਇਹ ਪੁੱਛਣਾ ਚਾਹੀਦਾ। ਔਰ ਇਹ ਵੀ ਮੈਨੂੰ ਲੱਗ ਰਿਹਾ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਨੇ ਜਿਹੜੇ ਇਹ ਜਾਗਰੂਕ ਹੋ ਰਹੇ ਨੇ ਔਰ ਬਕਾਇਦਾ ਤੌਰ 'ਤੇ ਇਹ ਲੋਕ ਪੁੱਛਣਗੇ। ਔਰ ਲੋਕ ਜਦੋਂ ਬਣਾ ਕੇ ਆਪਣੇ ਨੁਮਾਇੰਦੇ ਨੂੰ ਭੇਜਣਗੇ ਉਹਦੇ ਤੋਂ ਵੀ ਸਵਾਲ ਕਰਨਗੇ ਵੀ ਤੂੰ ਸਾਡੇ ਲਈ ਕੀ ਕਰ ਰਹੇ ਹੈ। ਪੂਰੇ 5 ਸਾਲ ਬਾਅਦ ਇਹ ਨਹੀਂ, ਹਰ ਮਹੀਨੇ ਹਰ ਟਾਈਮ ਜਦੋਂ ਉਹ ਕਿਤੇ ਵੀ ਕਿਸੇ ਵੀ ਜਗ੍ਹਾ 'ਤੇ ਪਹੁੰਚੂਗਾ ਉਹਨਾਂ ਦਾ ਨੁਮਾਇੰਦਾ, ਉਹ ਉਹਨਾਂ ਨੂੰ ਸਵਾਲ ਕਰਨਗੇ। ਕਿਉਂਕਿ ਇਸ ਕਿਸਾਨੀ ਅਤੇ ਮਜ਼ਦੂਰ ਅੰਦੋਲਨ ਦਾ ਇੱਕ ਇਹ ਬਹੁਤ ਵੱਡਾ ਹਾਂ ਪੱਖੀ ਜਿਹੜਾ ਮੈਸੇਜ ਆ ਰਿਹਾ ਹੈ ਵੀ ਉਹਦੇ ਵਿੱਚ ਲੋਕ ਨੇ ਜਿਹੜੇ ਉਹ ਆਪਣੇ ਮੰਗਾਂ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ। ਪਰ ਮੈਂ ਇਹ ਜ਼ਰੂਰ ਸਮਝਦਾ ਵੀ ਪੋਲੀਟੀਕਲ ਪਾਰਟੀਆਂ ਨੂੰ ਇਹ ਹੁਣ ਸਮਝ ਲੈਣਾ ਚਾਹੀਦਾ ਵੀ ਆਉਣ ਵਾਲਾ ਟਾਈਮ ਆ ਜਿਹੜਾ ਇਹ ਝੂਠ ਦਾ ਔਰ ਠੱਗੀ ਦਾ, ਬੇਈਮਾਨੀ ਦਾ, ਲਾਲਚੀ ਦਾ ਨਹੀਂ ਰਹਿ ਜਾਣਾ। ਲੋਕਾਂ ਨੇ ਇੱਕ ਪੈਸੇ ਦਾ ਹਿਸਾਬ ਮੰਗਣਾ ਉਹਨਾਂ ਤੋਂ ਵੀ ਉਹ ਪਹਿਲਾਂ ਕੀ ਸੀ, ਅੱਜ ਕੀ ਨੇ, ਉਹ ਕਿਵੇਂ ਨੇ, ਕਾਹਤੇ ਨੇ, ਇਹ ਲੋਕ ਪੁੱਛਣਗੇ ਉਹਨਾਂ ਨੂੰ। ਔਰ ਮੈਂ ਇਹ ਸਮਝਦਾ ਵੀ ਇਹ ਲੋਕਾਂ ਨੂੰ ਪੁੱਛਣਾ ਚਾਹੀਦਾ ਵੀ ਜਦੋਂ ਅਸੀਂ ਤੁਹਾਨੂੰ ਨੁਮਾਇੰਦਾ ਬਣਾਇਆ ਸੀ ਉਦੋਂ ਉਸ ਵਕਤ ਤੁਸੀਂ ਕੀ ਸੀ ਅਤੇ ਉਦੋਂ 6 ਮਹੀਨੇ ਸਾਲ ਬਾਅਦ ਕੀ ਹੋ ਅਤੇ ਅੱਜ ਕੀ ਆ। ਇਹ ਆਉਣ ਵਾਲਾ ਟਾਈਮ ਆ ਜਿਹੜਾ ਲੋਕਾਂ ਨੂੰ ਮੈਂ ਇਹ ਸਮਝਦਾ ਵੀ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਆਪਣੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ ਜਵਾਬਦੇਹ ਬਣਾਉਣਾ ਚਾਹੀਦਾ। ਠੀਕ ਹੈ ਸਰ, ਅੱਜ ਭੁੱਖ ਹੜਤਾਲ 'ਤੇ ਬੈਠੇ ਹੋ, ਅੱਜ ਦੇ ਲਈ ਕਿਸਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਕਿਸਾਨ ਤਾਂ ਉਸੇ ਤਰ੍ਹਾਂ ਹੀ ਡਟਿਆ ਹੋਇਆ, ਦਿੱਲੀ ਤੋਂ ਪੰਜਾਬ ਵੱਲ ਨੂੰ ਸ਼ਿਫਟ ਹੋਣਾ ਪਿਆ। ਅੱਜ ਸਰਕਾਰ ਨਾਲ ਮੀਟਿੰਗ ਵੀ ਹੋ ਰਹੀ ਹੈ, ਫਿਰ ਦਿੱਲੀ ਵੱਲ ਨੂੰ ਜਾਵੇਗਾ। ਅੱਜ ਦੇ ਦਿਨ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ 500 ਤੋਂ ਜ਼ਿਆਦਾ ਜਿਹੜੇ ਸਾਡੇ ਕਿਸਾਨ ਨੇ ਉਹ ਆਪਣੀ ਜਾਨ ਦੇ ਚੁੱਕੇ ਨੇ, ਪਰ ਸਰਕਾਰ ਦਾ ਜੋ ਅੜੀਅਲ ਰਵੱਈਆ ਸੀ ਉਸੇ ਤਰੀਕੇ ਦਾ ਉਸੇ ਤਰ੍ਹਾਂ ਦੇ ਨਾਲ ਹੀ ਚੱਲ ਰਿਹਾ। ਦੇਖੋ ਅੱਜ ਦੇ ਦਿਨ ਦੇ ਵਿੱਚ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਵੀ ਡਟੇ ਰਹੋ, ਲੱਗੇ ਰਹੋ ਔਰ ਏਕਤਾ ਦੇ ਨਾਲ ਜਦੋਂ ਤੁਸੀਂ ਇੱਦਾਂ ਹੀ ਚੱਲਦੇ ਰਹੋਗੇ, ਮੈਨੂੰ ਇਹ ਲੱਗਦਾ ਵੀ ਕੋਈ ਵੀ ਕਿਸੇ ਕਿਸਮ ਦੀ ਤਾਕਤ ਨਹੀਂ ਜਿਹੜੀ ਤੁਹਾਨੂੰ ਕਾਮਯਾਬ ਹੋਣ ਤੋਂ ਰੋਕ ਸਕੇ। ਔਰ ਇਹ ਜਿਹੜਾ ਅੰਦੋਲਨ ਹੈ ਇਹ ਪੂਰਾ ਕਾਮਯਾਬ ਹੋਊਗਾ। ਔਰ ਬਕਾਇਦਾ ਇਹ ਜਿਹੜੇ ਕਾਲੇ ਕਾਨੂੰਨ ਤਿੰਨੇ ਪਾਸ ਕੀਤੇ ਨੇ ਉਹ ਸਰਕਾਰ ਨੂੰ ਵਾਪਸ ਲੈਣੇ ਪੈਣਗੇ, ਕਿਉਂਕਿ ਮਜ਼ਦੂਰਾਂ ਦੀ ਏਕਤਾ ਔਰ ਕਿਸਾਨਾਂ ਦੀ ਏਕਤਾ ਜਿਹੜੀ ਇਹ ਜ਼ਰੂਰ ਰੰਗ ਲੈ ਕੇ ਆਊਗੀ। ਜਿਹੜੇ ਹਿਸਾਬ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ, ਇੰਨਾ ਲੰਬਾ ਸੰਘਰਸ਼ ਚੱਲ ਰਿਹਾ ਹੈ, ਡਿਸਪਲਿਨ ਦੇ ਵਿੱਚ ਚੱਲ ਰਿਹਾ ਹੈ, ਕਾਇਦੇ ਕਾਨੂੰਨ ਦੇ ਵਿੱਚ ਚੱਲ ਰਿਹਾ ਹੈ, ਮੈਨੂੰ ਨਹੀਂ ਲੱਗਦਾ ਹੈਗਾ ਵੀ ਕੋਈ ਵੀ ਲੋਕਤੰਤਰ ਦੇਸ਼ ਦੇ ਵਿੱਚ ਇਹ ਹੋ ਸਕੇ ਵੀ ਇੱਦਾਂ ਦੇ ਸੰਘਰਸ਼ ਨੂੰ ਕੋਈ ਫੇਲ ਕਰ ਸਕੇ। ਜ਼ਰੂਰ ਕਾਮਯਾਬੀ ਮਿਲੂਗੀ। ਮੈਂ ਅਰਦਾਸ ਵੀ ਕਰਦਾ ਪਰਮਾਤਮਾ ਅੱਗੇ ਬਈ ਜਿੰਨੀ ਵੀ ਜਲਦੀ ਹੋ ਸਕੇ ਪਰਮਾਤਮਾ ਇਸ ਸੰਘਰਸ਼ ਨੂੰ ਕਾਮਯਾਬੀ ਬਖਸ਼ੇ। ਦੇਖੋ ਜਿਹੜੀ ਜ਼ਿਮੀਂਦਾਰ ਦੀ ਆਪਣੀ ਖੁਦ ਦੀ ਪ੍ਰਾਪਰਟੀ ਹੈ ਜ਼ਮੀਨ, ਉਹਨੂੰ ਬਚਾਉਣ ਦੀ ਖਾਤਰ ਅੱਜ ਜ਼ਿਮੀਂਦਾਰ ਜਿਹੜੇ ਦਿੱਲੀ ਦੇ ਵਿੱਚ ਬੈਠੇ ਨੇਗੇ, ਇਹ ਕਿੰਨਾ ਮੱਲ ਮਾੜੀ ਗੱਲ ਹੈ। ਜਿਹੜੇ ਵੀ ਕੰਟਰੀਆਂ ਨੇ ਕਾਨੂੰਨ ਲਾਗੂ ਕੀਤੇ, ਚਾਹੇ ਉਹ ਅਮਰੀਕਾ ਚਾਹੇ ਹੋਰ ਕੰਟਰੀ ਆ, ਉਹਨਾਂ ਨੂੰ ਵਾਪਸ ਲੈਣੇ ਪਏ, ਕਿਉਂਕਿ ਜਿਹੜਾ ਦਾਰੋਮਦਾਰ ਚੱਲ ਰਿਹਾ ਇੰਡੀਆ ਦਾ ਉਹ ਵੱਧ ਤੋਂ ਵੱਧ ਕਿਸਾਨੀ 'ਤੇ ਚੱਲ ਰਿਹਾ। ਇੱਥੇ ਇੰਡੀਆ ਦੇ ਵਿੱਚ ਕੀ ਵਾਰਡ ਦੇ ਵਿੱਚ ਵੀ ਜਿਹੜਾ ਬੰਦਾ ਕੋਈ ਵੀ ਰੋਟੀ ਖਾਂਦਾ ਜਾਂ ਆਪਦਾ ਢਿੱਡ ਭਰਦਾ ਉਹ ਕਿਸਾਨਾਂ ਦੀ ਉਪਜ ਹੈ, ਚਾਹੇ ਉਹ ਕਿਸੇ ਵੀ ਰੂਪ ਦੇ ਵਿੱਚ ਹੋਵੇ, ਚਾਹੇ ਲਿਕੁਇਡ ਹੋਵੇ, ਚਾਹੇ ਉਹ ਸੋਲਿਡ ਹੋਵੇ। ਅਸੀਂ ਇਹਦੇ ਸਮਰਥਨ ਦੇ ਵਿੱਚ ਅੱਜ ਇੱਥੇ ਡਟੇ ਹਾਂ ਅਤੇ ਉਹਨਾਂ ਕਿਸਾਨਾਂ ਨੂੰ ਵੀ ਅਸੀਂ ਇਹੀ ਅਪੀਲ ਕਰਾਂਗੇ ਵੀ ਤੁਸੀਂ ਡਟੇ ਰਹੋ, ਅਸੀਂ ਤੁਹਾਡੇ ਨਾਲ ਖੜ੍ਹੇ ਹਾਂ। 10 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਕਿਸਾਨਾਂ ਨੂੰ, ਜਾਣੀ ਸਿੱਧੇ ਤੌਰ 'ਤੇ ਹੁਣ ਤਾਂ ਆਦੀ ਹੋ ਗਏ ਕਿਸਾਨ
ਕਿ ਠੀਕ ਹੈ ਸਾਡੇ ਅਸੀਂ ਦਿੱਲੀ ਵੀ ਜਾਣਾ ਤੇ ਅਸੀਂ ਆਪਣੇ ਘਰ ਵੀ ਜਾਣਾ, ਜਿਵੇਂ ਇੱਕ ਰੂਟੀਨ ਦੇ ਵਿੱਚ ਡਿਊਟੀ ਬਣ ਜਾਂਦੀ ਹੈ, ਕੁਝ ਉਸ ਤਰ੍ਹਾਂ ਦਾ ਸਿਸਟਮ ਚੱਲ ਪਿਆ। ਪਰ ਸਰਕਾਰ ਕੀ ਸਮਝ ਆਉਂਦਾ ਹੈ ਕਿ ਸਰਕਾਰ ਜਿੱਦੀ ਕਿਉਂ ਆ, ਇੰਨੀ ਜਿੱਦੀ ਕਿਉਂ ਆ? ਕਿਉਂਕਿ ਲੋਕਾਂ ਦੀ ਚੁਣੀ ਹੋਈ, ਲੋਕਤੰਤਰ ਦੇ ਵਿੱਚੋਂ ਚੁਣੀ ਹੋਈ ਸਰਕਾਰ ਸਿਰਫ ਇੱਕੋ ਪਾਸੇ ਹੀ ਸੋਚੇ ਕਿ ਕਾਨੂੰਨ ਨਹੀਂ ਰੱਦ ਕਰਨੇ ਤਾਂ ਨਹੀਂ ਰੱਦ ਕਰਨੇ, ਵਿਚਲਾ ਰਸਤਾ ਵੀ ਕੋਈ ਸਰਕਾਰ ਕੱਢਣ ਲਈ ਤਿਆਰ ਨਹੀਂ ਹੈ। ਕਿਸਾਨ ਜਾਨਾਂ ਦੇਈ ਜਾਂਦੇ ਆ। ਤੁਹਾਡੀ ਸਮਝ ਦੇ ਵਿੱਚ ਕੀ ਆਉਂਦਾ ਹੈ ਕਿ ਕਿਸਾਨ ਨੂੰ ਕੀ ਹੋਰ ਕਰਨਾ ਚਾਹੀਦਾ? ਕਿਉਂਕਿ ਹਰ ਇੱਕ ਹੱਥ ਕੰਡਾ ਵਰਤ ਕੇ ਦੇਖ ਲਿਆ। ਦੇਖੋ, ਇਹ ਸਾਡੇ ਦੇਸ਼ ਦੀ ਤਰਾਸਦੀ ਹੈ ਵੀ ਸਾਡੇ ਦੇਸ਼ ਨੂੰ ਇਹੋ ਜਿਹਾ ਪ੍ਰਧਾਨ ਮੰਤਰੀ ਮਿਲਿਆ ਹੈ ਜਿਹਨੇ ਇੱਕ ਖੇਤੀ ਪ੍ਰਧਾਨ ਸੂਬੇ ਨੂੰ, ਖੇਤੀ ਪ੍ਰਧਾਨ ਦੇਸ਼ ਦੇ ਹੁੰਦਿਆਂ ਖੇਤੀ ਨੂੰ ਖਤਮ ਕਰਨ ਲਈ, ਖੇਤ ਤੇ ਖੇਤੀ ਖੋਹਣ ਦੇ ਲਈ ਪਾਲਿਸੀਆਂ ਬਣਾਈਆਂ ਤੇ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ ਭਾਰਤ ਦਾ ਸਰਮਾਇਆ ਫੜਾਉਣ ਦੇ ਲਈ ਇਹੋ ਜਿਹੇ ਘਿਨਾਉਣੀਆਂ ਹਰਕਤਾਂ ਕਰ ਰਹੇ ਨੇ। ਤੇ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਇਹ 3 ਕਾਲੇ ਕਾਨੂੰਨ ਲਿਆ ਕੇ ਲੋਕਾਂ ਤੇ ਡਰ ਪੈਦਾ ਕਰਕੇ ਆਪਣੀਆਂ ਇਹ ਪਾਲਿਸੀਆਂ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਭਾਵੇਂ ਕਿ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਜਿਹੜੀਆਂ ਪਾਲਿਸੀਆਂ ਨੇ ਜਿਨ੍ਹਾਂ ਸਟੇਟਾਂ ਦੇ ਵਿੱਚ ਪਹਿਲਾਂ ਇਹ ਲਾਗੂ ਵੀ ਨੇ ਉਹਨਾਂ ਦੇ ਵਿੱਚ ਕਿਸਾਨੀ ਤੇ ਕਿਸਾਨ ਦਾ ਬਹੁਤ ਮਾੜਾ ਹਾਲ ਹੈ। ਫਿਰ ਵੀ ਇਹ ਸਿਰਫ ਇੱਕ ਮਾੜੀ ਨੀਅਤ ਦੇ ਨਾਲ, ਕਿਉਂਕਿ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਲਈ ਜੋ 2-3 ਕਾਰਪੋਰੇਟ ਘਰਾਣਿਆਂ ਨੇ ਆਪਣਾ ਸਰਮਾਇਆ ਲਾਇਆ ਸੀ, ਉਹਨਾਂ ਨੇ ਮੁਆਵਜ਼ੇ ਵੱਲੋਂ ਮੋਦੀ ਤੋਂ ਆਪਣੇ ਮਨਪਸੰਦ ਦੀਆਂ ਪਾਲਿਸੀਆਂ ਬਣਵਾ ਕੇ ਇਹ ਆਪਣੇ ਮਾਇਆ ਦੇ ਬਾਹਰ ਇਕੱਠੇ ਕਰਨ ਦਾ ਪਲਾਨ ਬਣਾਇਆ, ਵਿਊਤਬੰਦੀ ਬਣਾਈ ਹੈ। ਹੁਣ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਹੀ ਮੋਦੀ ਇੰਨਾ ਆ ਚੁੱਕਾ ਹੈ ਕਿ ਉਹ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਨਹੀਂ ਲੈਣ ਜਾ ਰਿਹਾ। ਇਹਦੇ ਲਈ ਭਾਵੇਂ ਕਿਸਾਨਾਂ ਨੇ ਕਿੰਨੀ ਵੀ ਵੱਡੀ ਕੁਰਬਾਨੀ ਕੀਤੀ ਹੈ, ਪਰ ਹੁਣ ਇਹ ਦਿਨ ਆਉਣ ਵਾਲਾ ਹੈ ਜਦੋਂ ਇਹ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਇਹ ਮੋਦੀ ਦੀ ਇੱਥੋਂ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਛੁੱਟੀ ਕਰਕੇ ਇਹਨਾਂ ਨੂੰ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਆਪਣਾ ਦ੍ਰਿੜ ਨਿਸ਼ਚਾ ਕਰਕੇ ਸੰਘਰਸ਼ ਨੂੰ ਲਗਾਤਾਰ ਲੜਦੇ ਰਹਿਣਗੇ ਤੇ ਅੰਤ ਦੇ ਵਿੱਚ ਜਿਹੜਾ ਇਹ ਜਿੱਤ ਪ੍ਰਾਪਤ ਕਰਨਗੇ। ਸ਼ਾਂਤਮਈ ਤਰੀਕੇ ਨੂੰ ਸਰਕਾਰ ਸਮਝ ਹੀ ਨਹੀਂ ਰਹੀ। ਸਰਕਾਰ ਨੇ ਸਮਝਿਆ ਹੀ ਨਹੀਂ ਕਿ ਸ਼ਾਂਤਮਈ ਕਿਉਂ ਨੇ ਇਹ, ਜਾਂ ਜੇ ਐਡਾ ਸਬਰ ਰੱਖ ਕੇ ਬੈਠੇ ਨੇ ਤਾਂ ਇਹ ਜਿਹੜੇ ਕਿਸਾਨ ਨੇ ਇਹ ਸਾਡੇ ਦੇਸ਼ ਦਾ ਸਰਮਾਇਆ ਹੈਗੇ ਆ, ਉਹ ਤਾਂ ਹੁਣ ਵੀ ਇਹੀ ਕਹਿੰਦੇ ਨੇ ਕਿ ਕਾਂਗਰਸ ਦੇ ਪਲਾਂਟ ਕੀਤੇ ਹੋਏ ਲੋਕ ਨੇ ਤਾਂ ਬੈਠੇ ਨੇ। ਦੇਖੋ, ਇਹ ਜਿਹੜਾ ਮੋਦੀ ਇੱਕ ਡਿਕਟੇਟਰ ਆ ਨਾ ਰਵੱਈਆ ਅਪਣਾਇਆ ਹੋਇਆ ਇਹਨੇ, ਉਹਨੂੰ ਮਨ ਦੇ ਵਿੱਚ ਧਾਰਨਾ ਬਣੀ ਹੋਈ ਕਿ ਮੈਂ ਜਿਹੜਾ ਕਾਨੂੰਨ ਇੱਕ ਵਾਰੀ ਲਿਆਤਾ, ਭਾਵੇਂ ਉਹ ਮੁੱਖ ਮੰਤਰੀ ਵਜੋਂ ਲਿਆਂਦਾ ਹੋਵੇ ਜਾਂ ਪ੍ਰਧਾਨ ਮੰਤਰੀ ਵੀ ਲਿਆਂਦਾ, ਬਈ ਉਹ ਤੋਂ ਕਦੇ ਪਿੱਛੇ ਨਹੀਂ ਹਟਿਆ। ਪਰ ਉਹਨੂੰ ਲੋਕ ਸ਼ਕਤੀ ਦਾ ਅਹਿਸਾਸ ਨਹੀਂ ਹੋਇਆ ਹਾਲੇ ਤੱਕ। ਹੁਣ ਜਦੋਂ ਉਹਨੇ ਦੇਖ ਰਿਹਾ ਵੀ ਲੋਕਾਂ ਦੀ ਜਿਹੜੀ ਸ਼ਕਤੀ ਹੈ ਉਹ ਇੰਨੀ ਤਾਕਤਵਰ ਬਣਦੀ ਜਾ ਰਹੀ ਹੈ, ਇੱਕ ਕਰਕੇ ਉਹਦੇ ਕੋਲੋਂ ਜਿਹੜੇ ਭਾਰਤ ਦੇ ਸਟੇਟ ਬੀਜੇਪੀ ਨੂੰ ਖੁੱਸਣੇ ਸ਼ੁਰੂ ਹੋ ਗਏ ਤੇ ਕਿਸਾਨ ਨੇ ਦ੍ਰਿੜ ਨਿਸ਼ਚਾ ਕਰ ਲਿਆ ਕਿ ਅਸੀਂ 2024 ਤੱਕ ਇਸ ਸੰਘਰਸ਼ ਨੂੰ ਲੰਬਾ ਲੈ ਕੇ ਜਾਵਾਂਗੇ। ਉਹ ਆਪਣੀਆਂ ਜਾਨਾਂ ਤੇ ਖੇਡ ਕੇ ਖੇਤੀ ਅਤੇ ਖੇਤ ਨੂੰ ਅਤੇ ਆਪਣੇ ਦੇਸ਼ ਨੂੰ ਬਚਾਉਣ ਲਈ ਆਪਣਾ ਦ੍ਰਿੜ ਨਿਸ਼ਚਾ ਕਰਕੇ ਬੈਠੇ ਹੈ। ਮੋਦੀ ਜੋ ਮਰਜ਼ੀ ਹੱਥਕੰਡੇ ਅਪਣਾਵੇ, ਉਹਨੇ ਆਪਣੇ ਗੁੰਡਿਆਂ ਰਾਹੀਂ ਕਿਸਾਨਾਂ ਤੇ ਅਟੈਕ ਕਰਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹਨੇ ਆਪਣਾ ਝੂਠਾ ਪ੍ਰਚਾਰ ਕਰਕੇ ਆਪਣਾ ਗੋਦੀ ਮੀਡੀਆ ਨੂੰ ਵਰਤ ਕੇ ਵੀ ਇਸ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੇਸ਼ ਲਈ ਕੁਰਬਾਨੀਆਂ ਕਰਨ ਵਾਲੀ ਜੋ ਸਿੱਖ ਕੌਮ ਹੈ ਉਹਨੂੰ ਅੱਤਵਾਦ ਕਹਿ ਕੇ, ਉਹਨੂੰ ਮਾਇਓਵਾਦੀ ਕਹਿ ਕੇ ਵੱਖ-ਵੱਖ ਉਹਨੇ ਨਾਂ ਦੇ ਕੇ ਸੰਘਰਸ਼ ਨੂੰ ਬਦਨਾਮ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਪਰ ਅੱਜ ਭਾਰਤ ਦੇਸ਼ ਸਮੁੱਚੇ ਤੌਰ ਤੇ ਸਮਝ ਚੁੱਕਾ ਹੈ, ਉਹ ਮੋਦੀ ਦੀਆਂ ਇਹਨਾਂ ਪਾਲਿਸੀਆਂ ਨੂੰ ਦਾ ਖੰਡਨ ਵੀ ਕਰਦਾ ਹੈ ਅਤੇ ਕਿਸਾਨ ਮਜ਼ਦੂਰ ਸੰਘਰਸ਼ ਦੀ ਹਮਾਇਤ ਤੇ ਵੀ ਅੱਗੇ ਆਇਆ ਹੋਇਆ ਹੈ। ਬਹੁਤ ਧੰਨਵਾਦ। ਤਾਂ ਇੱਧਰ ਇੱਕ ਛੋਟਾ ਜਿਹਾ ਬੱਚਾ ਨਾਅਰੇ ਲਾ ਰਿਹਾ ਸੀਗਾ। ਇਹ ਬੱਚੇ ਤੋਂ ਅਸੀਂ ਚਾਹੁੰਦੇ ਹਾਂ ਕਿ ਨਾਅਰੇ ਜਿਹੜੇ ਨੇ ਇਹ ਮਾਈਕ 'ਚ ਲਵਾਈਏ ਤੇ ਆਪਾਂ ਸਾਰੇ ਸਾਥ ਦੇਈਏ ਬੱਚੇ ਦਾ। ਮਾਈਕ ਹੈ ਜੀ? ਕੋਈ ਮਾਈਕ ਦੇ ਦਿਓ, ਮਾਈਕ ਦੇ ਦਿਓ। ਇੱਧਰ ਆ ਜਾ ਬੇਟਾ, ਇੱਥੇ ਖੜ ਕੇ, ਇੱਥੇ ਆਵੇ ਕੈਮਰਾ ਚੱਲਦਾ ਨਾ, ਆਪਾਂ ਕੈਮਰੇ 'ਚ ਦੇਖਾਂਗੇ। ਆ ਜਾ, ਨਾਲ ਨਾਅਰੇ ਲਾਵਾਂਗੇ, ਠੀਕ ਆ? ਹਾਂ, ਵੈਰੀ ਗੁੱਡ। ਆਪਾਂ ਸਾਰੇ ਸਾਥ ਦੇਈਏ ਜੀ ਬੱਚੇ ਦਾ। ਕਾਲਾ ਕੱਪੜਾ ਧੋਣਾ ਨਹੀਂ, ਮੋਦੀ ਮਰ ਗਿਆ ਰੋਣਾ ਨਹੀਂ, ਚਿੱਟੇ ਸੂਟ ਸਵਾਵਾਂਗੇ, ਮੋਦੀ ਦੇ ਭੋਗ ਤੇ ਪਾਵਾਂਗੇ, ਚਿੱਟਾ ਦੁੱਧ ਪਤੀਲੀ ਮਾਂ, ਮੋਦੀ ਮਰ ਗਿਆ ਪਤੀਲੀ ਮਾਂ, ਤੂੰ ਲਾ ਕਿਸਾਨ ਮੋਦੀ ਮਰ ਗਿਆ ਹਾਏ ਹਾਏ, ਮੋਦੀ ਮਰ ਗਿਆ ਹਾਏ ਹਾਏ, ਕਾਲਾ ਕੱਪੜਾ ਧੋਣਾ ਨਹੀਂ, ਮੋਦੀ ਮਰ ਗਿਆ ਰੋਣਾ ਨਹੀਂ, ਕਿਸਾਨ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ, ਕਾਲਾ ਕੱਪੜਾ ਧੋਣਾ ਨਹੀਂ, ਮੋਦੀ ਮਰ ਗਿਆ ਰੋਣਾ ਨਹੀਂ, ਚਿੱਟੇ ਸੂਟ ਸਵਾਵਾਂਗੇ, ਮੋਦੀ ਦੇ ਭੋਗ ਤੇ ਪਾਵਾਂਗੇ, ਕਿਸਾਨ ਮਜ਼ਦੂਰ ਏਕਤਾ, ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ। ਜਿੰਦਾਬਾਦ।
ਮੋਦੀ ਮਰ ਗਿਆ ਅੱਛਾ, ਇਹ ਨਾਰੇ ਕੌਣ ਸਿਖਾਉਂਦਾ ਹੈ? ਕਿਹਨੇ ਸਿਖਾਏ ਤੈਨੂੰ ਨਾਰੇ? ਦਾਦੂ ਨੇ ਸਿਖਾਏ ਤੇ ਦਾਦੂ ਨੇ ਸਿਖਾਇਆ? ਦਾਦੂ ਕਿੱਥੇ ਆ? ਉਹ ਬੈਠਾ ਉਹ ਬੈਠਾ। ਹਾਂ ਤੇ ਇਹ ਨਾਰੇ ਸਾਰੇ ਦਾਦੂ ਨੇ ਹੀ ਸਿਖਾਏ ਕਿ ਇੱਥੇ ਸਾਰੇ ਜਣੇ ਸਿਖਾਉਂਦੇ ਆ? ਮੈਂ ਸਿਖਾਏ ਤੇ ਸਾਰੇ। ਅੱਛਾ, ਤੈਨੂੰ ਸਾਰੇ ਨਾਰੇ ਆਉਣ ਲੱਗ ਗਏ? ਹਾਂ ਘਰੇ ਵੀ ਲਾਉਣਾ ਉਹਨਾਂ? ਹਾਂ ਮੈਂ ਵੀ ਲਾਉਣਾ ਉਹਨਾਂ ਘਰੇ। ਤੇ ਦਾਦੂ ਦੱਸਦਾ ਵੀ ਮੋਦੀ ਕਿਸ ਤਰ੍ਹਾਂ ਦਾ ਬੰਦਾ, ਗੰਦਾ ਬੰਦਾ ਕਿ ਚੰਗਾ ਬੰਦਾ? ਚੰਗਾ ਬੰਦਾ ਹੈ। ਹਾਂ ਚੰਗਾ ਬੰਦਾ ਹੈ। ਦਾਦੂ ਵੀ ਕਹੀ ਜਾਂਦੇ, ਦਾਦੂ ਸੁਣ ਪਹਿਲਾਂ। ਮੋਦੀ ਕੁੱਤਾ ਬੰਦਾ ਹੈ ਮੋਦੀ ਕੁੱਤਾ ਬੰਦਾ ਹੈ। ਹੁਣ ਦੱਸ ਕੀ ਹੈ? ਮੋਦੀ ਕੌਣ ਹੈ? ਮੋਦੀ ਹੈ ਹਾਏ ਹਾਏ ਕੁੱਤਾ ਬੰਦਾ। ਠੀਕ ਹੈ, ਗੱਲਬਾਤ ਵੀ ਕਰਾਂਗੇ ਕਿਉਂਕਿ ਭੁੱਖ ਹੜਤਾਲ ਤੇ ਬੈਠੇ ਹੈ ਸਾਰੇ ਜਿਹੜੇ ਸਾਬਕਾ ਔਰ ਮੌਜੂਦਾ ਐਮਸੀ ਨੇ ਮੋਹਾਲੀ ਦੇ, ਉਹ ਅੱਜ ਇਕੱਠੇ ਹੋ ਕੇ ਅੱਜ ਇਸ ਜੋ ਸੰਘਰਸ਼ ਦੇ ਵਿੱਚ ਸ਼ਾਮਲ ਹੋਇਆ। ਗੱਲਬਾਤ ਵੀ ਕਰਦੇ ਆ, ਕੀ ਕਹੋਗੇ? ਕਿਉਂਕਿ ਲਗਾਤਾਰ ਸੰਘਰਸ਼ ਚੱਲ ਰਿਹਾ ਹੈ। ਇਹ ਪੰਜਾਬ ਤੋਂ ਹੀ ਸ਼ੁਰੂ ਹੋਇਆ ਸੰਘਰਸ਼, ਅੱਜ ਪੂਰੇ ਦੇਸ਼ 'ਚ ਫੈਲ ਗਿਆ। ਕੋਈ ਐਸੀ ਸਟੇਟ ਨਹੀਂ ਜਿੱਥੇ ਕਿਸਾਨ ਬੈਠਾ ਹੋਵੇ ਔਰ ਇਸ ਸੰਘਰਸ਼ ਦੇ ਨਾਲ ਨਾ ਜੁੜਿਆ ਹੋਵੇ। ਕਿੰਨੀਆਂ ਕੁ ਪ੍ਰਾਪਤੀਆਂ ਮੰਨਦੇ ਹੋ ਇਸ ਸੰਘਰਸ਼ ਦੀਆਂ? ਦੇਖੋ, ਸੰਘਰਸ਼ ਹੈ ਜਿਹੜਾ ਬਹੁਤ ਲੰਮਾ ਸੰਘਰਸ਼ ਚੱਲ ਪਿਆ ਇਹ। ਜਦ ਇਹ ਸੰਘਰਸ਼ ਸ਼ੁਰੂ ਹੋਇਆ ਸੀਗਾ, ਜਿਹੜਾ ਮੇਰਾ ਏਰੀਆ, ਆਪਣਾ ਏਰੀਆ ਮੇਰਾ ਸ਼ੰਭੂ ਬਾਰਡਰ ਦੇ ਨਾਲ ਹੀ ਪੈਂਦਾ। ਕੁਦਰਤੀ ਹੈ ਮੈਂ ਵੀ ਉਸ ਦਿਨ ਸ਼ੰਭੂ ਬਾਰਡਰ ਦੇ ਮੌਕੇ ਤੇ ਹਾਜ਼ਰ ਸੀਗਾ ਜਦ ਇਹਨਾਂ ਦੇ ਬੈਰੀਕੇਡ ਚੱਕ ਕੇ ਤੋੜ ਕੇ ਇਹਨਾਂ ਨੇ ਕਿਸਾਨਾਂ ਨੇ ਉਹ ਨਹਿਰ ਦੇ ਵਿੱਚ ਗੇਰੇ ਆ, ਮਤਲਬ ਦਰਿਆ ਦੇ ਵਿੱਚ ਗੇਰੇ ਆ। ਕਿ ਕਿਸਾਨਾਂ ਦਾ ਇੱਕ ਜਿਹੜਾ ਸੰਘਰਸ਼ ਹੈ ਇਹ ਬਹੁਤ ਲੰਮੇ ਦੌਰ ਦੇ ਵਿੱਚ ਪਹੁੰਚ ਗਿਆ। ਰਾਜਦਾਨ ਸਿਆਣਿਆਂ ਨੇ ਕਿਹਾ ਵੀ ਇਹ ਮੇਰਾ ਖਿਆਲ ਹੈ ਸ਼ਾਇਦ ਪਹਿਲਾ ਅੰਦੋਲਨ ਹੋਊਗਾ ਜਿਹੜਾ ਇੰਨਾ ਲੰਮਾ ਚੱਲਿਆ, ਤੇ ਇਹਦੀ ਇਹ ਪ੍ਰਮਾਤਮਾ ਵੱਲੋਂ ਜ਼ਰੂਰ ਕਾਮਯਾਬੀ ਮਿਲੂਗੀ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਇਹ ਗੂੰਗੀ ਬੋਲੀ ਸਰਕਾਰਾਂ ਜਿਹੜੀਆਂ ਹੈਗੀਆਂ ਲੋਕਾਂ ਦੇ ਤੋਂ ਵੋਟਾਂ ਦੇ ਪਾ ਕੇ ਚੁਣੀ ਹੋਈ ਸਰਕਾਰ ਅੱਜ ਕਿਆ ਸੋਚੀ ਬੈਠੀ ਹੈ ਵੀ ਜਿਹੜੇ ਕਾਨੂੰਨਾਂ ਨੂੰ ਕਿਸਾਨ ਨਹੀਂ ਚਾਹੁੰਦੇ ਵੀ ਸਾਨੂੰ ਤਾਂ ਇਹਨਾਂ ਦੀ ਲੋੜ ਨਹੀਂ ਹੈਗੀ, ਕਿਉਂ ਨਹੀਂ ਉਹਨਾਂ ਨੂੰ ਵਾਪਸ ਲੈਂਦੇ ਹੈਗੇ ਇਹ। ਇਸ ਕਰਕੇ ਅਸੀਂ ਤਾਂ ਇੱਕ ਹੀ ਗੱਲ ਕਹਾਂਗੇ ਵੀ ਜਿਹੜੇ ਇਹ ਕਾਲੇ ਕਾਨੂੰਨ ਹੈ ਮੋਦੀ ਸਰਕਾਰ ਨੂੰ ਸਮਝ ਕਰਨੀ ਚਾਹੀਦੀ ਹੈ। ਜੇ ਕਿਸਾਨ ਕਮਾਊਗਾ ਨਹੀਂ, ਦਾਣੇ ਕਮਾਊਗਾ ਨਹੀਂ ਤੇ ਖਾਵਾਂਗੇ ਕਿੱਥੋਂ? ਤੇ ਮਜ਼ਦੂਰ ਹੈ, ਮਜ਼ਦੂਰ ਵੀ ਕਿਸਾਨਾਂ ਦੇ ਨਾਲ ਜੁੜਿਆ ਹੋਇਆ ਹੈ। ਇਹ ਜੋ ਕੁਝ ਅੱਜ ਚੱਲ ਰਿਹਾ ਹੈ, ਜੇ ਇੰਡੀਆ ਚੱਲ ਰਿਹਾ ਹੈ ਜਾਂ ਦੇਸ਼ ਚੱਲ ਰਿਹਾ, ਸਾਰਾ ਕਿਸਾਨਾਂ ਦੇ ਸਿਰ ਤੇ ਚੱਲ ਰਿਹਾ ਹੈ। ਕਿਸਾਨਾਂ ਦੀ ਗੱਲ ਮੋਦੀ ਨੂੰ ਮੰਨਣੀ ਚਾਹੀਦੀ ਹੈ ਤੇ ਉਹਨੂੰ ਬੈਠ ਕੇ ਸੋਚ ਵਿਚਾਰ ਕਰਨੀ ਚਾਹੀਦੀ ਹੈ ਵੀ ਇਹ ਕਾਲੇ ਕਾਨੂੰਨ ਹੈ ਜਿਹੜੇ ਇਹ ਘਾਤਕ ਨੇ ਕਿ ਕਿਸਾਨਾਂ ਵਾਸਤੇ ਮਾਰੂ ਨੇ। ਇਸ ਕਰਕੇ ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ ਕਿਉਂਕਿ ਕੱਲ੍ਹ ਨੂੰ ਕੋਈ ਇਹੋ ਜਿਹਾ ਦੌਰ ਨਾ ਹੋਵੇ ਕਿ ਕਿਸਾਨ ਪਹਿਲਾਂ ਹੀ ਬਹੁਤ ਖੁਦਕਸ਼ੀਆਂ ਕਰ ਰਹੇ ਹੈ, ਕੋਈ ਇਹੋ ਜਿਹੀ ਸਥਿਤੀ ਆ ਗਈ ਤਾਂ ਉਸ ਤੋਂ ਬਾਅਦ ਇਹ ਜਿਹੜੀ ਹੈਗੇ ਆ ਹੋਰ ਮਤਲਬ ਸੁਸਾਈਡ ਦਾ ਜਿਹੜਾ ਮਤਲਬ ਇਹ ਕੰਮ ਵੱਧ ਜਾਵੇ। ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਦੁਬਾਰਾ ਥੋੜ੍ਹੇ ਮੀਡੀਆ ਦੁਆਰਾ ਫੇਰ ਬੇਨਤੀ ਕਰਦੇ ਹਾਂ ਵੀ ਜਿਹੜੇ ਇਹ ਕਾਲੇ ਕਾਨੂੰਨ ਇਹ ਰੱਦ ਕੀਤੇ ਜਾਣ ਤਾਂ ਕਿ ਕਿਸਾਨ ਆਪਣੇ ਘਰ ਦੇ ਵਿੱਚ ਚੰਗੀ ਰੋਟੀ ਖਾ ਸਕਣ ਤੇ ਆਪਣੇ ਬੱਚਿਆਂ ਦਾ ਤੇ ਆਪਣੇ ਸ਼ਹਿਰ ਵਾਸੀਆਂ ਦਾ ਤੇ ਇੰਡੀਆ ਦਾ ਸਭ ਦਾ ਪੇਟ ਭਰ ਸਕਣ। ਠੀਕ ਹੈ, ਕੀ ਉਮੀਦ ਕਰਦੇ ਹੋ ਸੁਣੂਗੀ ਸਰਕਾਰ? ਕਿਉਂਕਿ ਹਾਲੇ ਤੱਕ ਜਨਵਰੀ ਤੋਂ ਬਾਅਦ 26 ਜਨਵਰੀ ਤੋਂ ਬਾਅਦ ਹੁਣ ਤੱਕ ਗੱਲਬਾਤ ਦਾ ਸਿਲਸਿਲਾ ਰੁਕਿਆ ਹੈ। ਲਗਭਗ 6-7 ਮਹੀਨੇ ਹੋ ਗਏ ਨੇ, ਗੱਲਬਾਤ ਹੀ ਨਹੀਂ ਕਰ ਰਹੀ ਸਰਕਾਰ। ਉਮੀਦ ਕੀ ਰੱਖਦੇ? ਦੇਖੋ, ਗੱਲਬਾਤ ਤਾਂ ਜਦ ਸੰਘਰਸ਼ ਚੱਲਿਆ ਗੱਲਬਾਤ ਤਾਂ ਇਹਨਾਂ ਨੂੰ ਕਰਨੀਆਂ ਪੈਣੀਆਂ, ਇਹਨਾਂ ਦੇ ਫਰਿਸ਼ਤੇ ਵੀ ਕਰਨਗੇ ਗੱਲਬਾਤ ਤਾਂ। ਇਹ ਜਿਹੜੇ ਹਿਸਾਬ ਨਾਲ ਸੰਘਰਸ਼ ਚੱਲਿਆ ਤੁਸੀਂ ਦੇਖੋ, ਯੂਪੀ ਹੋ ਗਿਆ, ਹਰਿਆਣਾ ਹੋ ਗਿਆ, ਪੰਜਾਬ ਹੋ ਗਿਆ, ਹੁਣ ਅੱਗੇ ਇਲੈਕਸ਼ਨ ਵੀ ਆ ਰਹੇ ਹੈ। ਪਹਿਲੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਮਤਲਬ ਕਿਸਾਨਾਂ ਕਰਕੇ ਐਡੀ ਵੱਡੀ ਮਾਰ ਪਈ ਹੈ ਕਿ ਇਹਨਾਂ ਦਾ ਜਲੂਸ ਨਿਕਲਿਆ। ਇਹਨਾਂ ਨੂੰ ਅੱਗੇ ਫੇਰ ਦਿਖ ਰਿਹਾ ਵੀ 6 ਸਟੇਟਾਂ ਦੇ ਇਲੈਕਸ਼ਨ ਆ ਰਹੇ ਹੈ ਫਰਵਰੀ ਦੇ ਵਿੱਚ, ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਇਸ ਜਿਹੜਾ ਹੈ ਵੀ ਇਸ ਸੰਘਰਸ਼ ਨੂੰ ਹੈ ਜ਼ਰੂਰ ਸਮਾਪਤ ਕਰਾਉਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਜੋ ਇਹਨਾਂ ਦੀ ਹਾਲਾਤ ਪਹਿਲਾਂ ਮਾੜੇ ਹੋਏ ਵੀ ਇਹੋ ਜਿਹੇ ਹਾਲਾਤ ਇਹਨਾਂ ਦੇ ਅੱਗੇ ਵੀ ਨਾ ਹੋਣ। ਕਿਉਂਕਿ ਲੋਕੀ ਹੀ ਇਹਨਾਂ ਨੂੰ ਮਤਲਬ ਵੋਟਾਂ ਦੇ ਥਰੂ ਹੀ ਇਹਨੂੰ ਜਵਾਬ ਦੇਣਗੇ ਵੀ ਤੁਸੀਂ ਚੰਗਾ ਕਰ ਰਹੇ ਹੋ ਜਾਂ ਮੰਦਾ ਕਰ ਰਹੇ ਹੋ। ਅਸੀਂ ਇਹ ਸਮਝਣ ਦੀ ਕੋਸ਼ਿਸ਼ ਦੇ ਵਿੱਚ ਹਾਂ ਕਿ ਕਿਸਾਨ ਅੱਜ ਕੀ ਸੋਚ ਰਿਹਾ, ਕਿਉਂਕਿ ਜਦੋਂ ਸੰਘਰਸ਼ ਲੰਬੇ ਹੋ ਜਾਂਦੇ ਆ ਤਾਂ ਉਸ ਦੇ ਵਿੱਚੋਂ ਜੋ ਇੱਕ ਮੋਰਾਲ ਹੁੰਦਾ ਹੈ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ। ਪਰ ਕਿਸਾਨ ਕੀ ਸੋਚਦੇ ਆ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ, ਕੀ ਨਾਮ ਹੈ ਤੁਹਾਡਾ? ਹਰਪਾਲ ਸਿੰਘ ਚੰਨਾ ਜੀ। ਸਰ, ਜਦੋਂ ਲੰਬੇ ਕੋਈ ਵੀ ਗੱਲ ਹੈ, ਕੋਈ ਵੀ ਵਿਸ਼ਾ ਹੋਵੇ, ਜਦੋਂ ਲੰਬਾ ਚਲਾ ਜਾਂਦਾ ਹੈ ਉਹਦੇ ਵਿੱਚ ਜਾਣੀ ਫਰਕ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ੁਰੂਆਤ ਦੇ ਵਿੱਚ ਜੋਸ਼ ਕੁਛ ਹੋਰ ਹੁੰਦਾ ਹੈ, ਬਾਅਦ 'ਚ ਵਿੱਚ ਕੁਛ ਹੋਰ ਹੋ ਜਾਂਦਾ। ਅੱਜ ਇਹ ਸੰਘਰਸ਼ ਦੇ ਜੋਸ਼ ਨੂੰ ਜਾਂ ਰੋਹ ਨੂੰ ਕਿਵੇਂ ਦੇਖ? ਅੱਜ ਆਪਾਂ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਗੇਟ ਮੂਹਰੇ ਪਿਛਲੇ 79 ਦਿਨ ਤੋਂ ਬੈਠੇ ਭੁੱਖ ਹੜਤਾਲ ਕਰ ਰਹੇ ਹਾਂ ਕਿਉਂਕਿ ਦੇਖਿਆ ਜਾਏ ਇਹ ਤੋਂ ਪਹਿਲਾਂ ਵੀ ਸਾਡੇ ਕਿਸਾਨਾਂ ਨੇ ਇਕੱਠੇ ਹੋ ਕੇ ਇੱਕ ਬਹੁਤ ਲੰਬੀ ਭੁੱਖ ਹੜਤਾਲ ਇਸੀ ਚੌਂਕ ਤੇ ਕੀਤੀ ਸੀ। ਬਹੁਤ ਲੰਬੀ ਚਲੇ ਗਈ ਸੀ ਉਹ ਭੁੱਖ ਹੜਤਾਲ ਤੇ ਅਸੀਂ ਉਹਦੇ 'ਚ ਜਿੱਤ ਵੀ ਪ੍ਰਾਪਤ ਕੀਤੀ ਸੀ।
ਕਿਉਂਕਿ ਮਹਾਰਾਜ ਦਾ ਓਟ ਆਸਰਾ ਲੈ ਕੇ ਜੇ ਚੱਲੀਏ ਤਾਂ ਮੈਨੂੰ ਨਹੀਂ ਲੱਗਦਾ ਤੱਕ ਵੀ ਅਸੀਂ ਜਿੱਤ ਵੱਲ ਨਾ ਵਧੀਏ, ਕਿਉਂਕਿ ਗੌਰਮੈਂਟਾਂ ਸ਼ੁਰੂ ਤੋਂ ਹੀ, ਕੋਈ ਗੌਰਮੈਂਟ ਹੋਵੇ, ਪੰਜਾਬ ਸਰਕਾਰ ਹੋਵੇ, ਸੈਂਟਰ ਸਰਕਾਰ ਹੋਵੇ, ਸ਼ੁਰੂ ਤੋਂ ਹੀ ਕਿਸਾਨਾਂ ਨਾਲ ਧੱਕੇ ਕਰਦੀ ਆ ਰਹੀ ਹੈ। ਮੈਂ 1984 ਦੀਆਂ ਉਹ ਕਾਲੀਆਂ ਬੋਲੀਆਂ ਰਾਤਾਂ ਬਾਰੇ ਦੱਸਦਾ, ਜਦੋਂ ਹਾਲਾਤ ਬਹੁਤ ਖਰਾਬ ਸੀ ਪੰਜਾਬ ਦੇ। ਮੇਰਾ ਪਿੰਡ ਮਟੌਰ ਹੈ। ਸਾਡੇ ਪਿੰਡ ਦੀ ਜ਼ਮੀਨ ਸਰਕਾਰ ਨੇ ਕੌਡੀਆਂ ਦੇ ਭਾਅ, ਮਿਲਟਰੀ ਰਾਜ ਸੀ ਹੋਇਆ ਮਿਲਟਰੀ ਲਾ ਕੇ ਕੌਡੀਆਂ ਦੇ ਭਾਅ 28,000 ਰੁਪਏ ਏਕੜ ਸਾਰੀ ਖਰੀਦੀ ਹੈ। ਜਿੱਥੇ ਕਿ ਅੱਜ ਤੁਸੀਂ ਸਾਹਮਣੇ ਦੇਖਦੇ ਹੋ ਕਿ ਏਡੇ ਏਡੇ ਫਲੈਟ, ਮੇਰਾ ਖਿਆਲ ਇੱਕ ਫਲੈਟ 2-2 ਕਰੋੜ ਦਾ ਹੈ। ਕਹਿਣ ਦਾ ਭਾਵ ਹੈ ਉਸ ਟਾਈਮ ਕੋਈ ਸੰਘਰਸ਼ ਨਹੀਂ ਸੀ ਕਰਦਾ, ਤੇ ਅੱਜ ਸਾਰੇ ਹੀ ਕਿਸਾਨ ਜਿਹੜੇ ਹੈ, ਕਿਉਂਕਿ ਸੰਘਰਸ਼ ਤੋਂ ਬਗੈਰ ਕੁਝ ਨਹੀਂ ਮਿਲਦਾ। ਜਿਸ ਤਰ੍ਹਾਂ ਕਹਿੰਦੇ ਕਿ ਮਾਂ ਵੀ ਜਦ ਤੱਕ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਲਾਉਂਦੀ ਜਦ ਤੱਕ ਉਹ ਰੋਂਦਾ ਨਹੀਂ ਹੈ। ਇਸ ਕਰਕੇ ਪੰਜਾਬ ਲੈਵਲ ਤੇ ਕੀ ਸਾਰੇ ਇੰਡੀਆ ਲੈਵਲ ਤੇ ਕੀ ਸਾਰੀ ਦੁਨੀਆ ਦੇ ਵਿੱਚ ਇਹ ਬਹੁਤ ਲੰਬਾ ਸੰਘਰਸ਼ ਹੋ ਰਿਹਾ। ਗੱਲ ਕੀ ਹੈ ਇਹਦੇ 'ਚ? 3 ਬਿੱਲ ਨੇ। ਸਾਡੇ ਵਰਗੇ ਵਿਚਾਰੇ ਬਥੇਰੇ ਹੁੰਦੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਇਹ ਬਿੱਲ ਕੀ ਨੇ। ਬਿੱਲ ਹੈ ਵੀ ਕੁਛ ਨਹੀਂ। ਮੋਦੀ ਸਾਹਿਬ ਕਹਿੰਦਾ ਵੀ ਮੈਂ ਤੁਹਾਡਾ ਫਾਇਦਾ ਕਰਨਾ, ਕਿਸਾਨ ਕਹਿੰਦੇ ਅਸੀਂ ਆਪਣਾ ਫਾਇਦਾ ਨਹੀਂ ਕਰਾਉਣਾ ਚਾਹੁੰਦੇ, ਵੀ ਤੁਸੀਂ ਜਿਹੜੇ ਹਾਲ 'ਚ ਹੈ ਸਾਨੂੰ ਰਹਿਣ ਦਿਓ। ਇਸ ਤਰ੍ਹਾਂ ਹੀ ਇੱਕ ਕਹਿੰਦੇ ਵੀ ਇੱਕ ਸਕੂਲ ਦਾ ਬੱਚਾ ਲੇਟ ਹੋ ਗਿਆ, ਜਦੋਂ ਟੀਚਰ ਨੇ ਪੁੱਛਿਆ ਕਿ ਤੂੰ ਲੇਟ ਕਿਉਂ ਹੋਇਆ, ਬੱਚਾ ਕਹਿਣ ਲੱਗਿਆ ਵੀ ਮੈਂ ਇੱਕ ਮਾਈ ਨੂੰ ਸੜਕ ਪਾਰ ਕਰਾ ਰਿਹਾ ਸੀਗਾ, ਮੈਂ ਤਾਂ ਲੇਟ ਹੋ ਗਿਆ। ਤੇ ਟੀਚਰ ਕਹਿੰਦਾ ਤੂੰ ਇੰਨਾ ਲੇਟ ਕਿਉਂ ਹੋ ਗਿਆ? ਸੜਕ ਪਾਰ ਕਰਨ ਲੱਗੇ ਵੀ ਕਿੰਨਾ ਕੁ ਟਾਈਮ ਲੱਗਦਾ? ਕਹਿੰਦਾ ਜੀ ਉਹ ਸੜਕ ਪਾਰ ਕਰਨਾ ਨਹੀਂ ਸੀ ਚਾਹ ਰਹੀ, ਮੈਨੂੰ ਧੱਕੇ ਤੇ ਪਾਰ ਕਰਾ ਰਿਹਾ ਸੀਗਾ। ਬਸ ਇੰਨਾ ਕੁ ਬਿੱਲ ਹੈ ਇਹ। ਮੋਦੀ ਸਾਹਿਬ ਧੱਕਾ ਕਰ ਰਹੇ ਨੇ, ਉਹ ਕਹਿੰਦੇ ਵੀ ਇਹ ਬਿੱਲ ਲਾਗੂ ਕਰਨਾ, ਕਿਸਾਨ ਕਹਿੰਦੇ ਅਸੀਂ ਜਿਸ ਤਰ੍ਹਾਂ ਹੈ ਸਾਡੇ ਉਸੇ ਹਾਲ ਤੇ ਛੋੜ ਦਿਓ, ਇਹੀ ਬਿੱਲ ਹੈ। ਬਸ ਇੰਨਾ ਕਿ ਹੱਥ ਜੋੜ ਕੇ ਬੇਨਤੀ ਹੈ ਸੈਂਟਰ ਸਰਕਾਰ ਨੂੰ ਕਿ ਇਹ ਕਿਸਾਨ ਤੁਹਾਡੇ ਨੇ, ਇਹਨਾਂ ਬਾਰੇ ਸੋਚ ਕੇ ਜਿਸ ਤਰ੍ਹਾਂ ਇਹ ਚਾਹੁੰਦੇ ਨੇ ਉਹਦੇ ਮੁਤਾਬਕ ਇਹਨਾਂ ਦਾ ਫੈਸਲਾ ਕਰ ਦਿੱਤਾ ਜਾਵੇ ਤੇ ਇਹ ਜਿਹੜੇ ਬਿੱਲ ਨੇ ਉਹ ਵਾਪਸ ਕਰ ਲਏ ਜਾਣ। ਲੰਬਾ ਸਮਾਂ ਹੋ ਗਿਆ, ਇੰਨਾ ਲੰਬਾ ਸੰਘਰਸ਼ ਤਾਂ ਪਗੜੀ ਸੰਭਾਲ ਜੱਟਾ ਵੀ ਨਹੀਂ ਚੱਲਿਆ ਸੀ। 9 ਮਹੀਨੇ ਤੋਂ ਉੱਪਰ ਦਾ ਜਿਹੜਾ ਸਮਾਂ ਸੀ ਉਹ ਪਗੜੀ ਸੰਭਾਲ ਜੱਟਾ ਦਾ ਸੀ, ਔਰ ਇਸ ਤਾਂ ਉਸ ਤੋਂ ਵੀ ਉੱਪਰ ਹੋ ਗਿਆ। ਪਰ ਕਿਸਾਨ ਹਾਲੇ ਵੀ ਆਪਣੇ ਪਹਿਲੇ ਦਿਨ ਤੋਂ ਜੋ ਸੋਚ ਕੇ ਚੱਲਿਆ ਸੀ, ਅੱਜ ਵੀ ਸੋਚ ਉਹੀ ਹੈ, ਜੋਸ਼ ਉਹੀ ਹੈ, ਰੋਹ ਹੋਈ ਹੈ। ਪੰਜਾਬ ਦੇ ਵਿੱਚ ਔਰ ਵੱਖ-ਵੱਖ ਸੂਬਿਆਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਇਹ ਜਿਹੇ ਧਰਨੇ, ਭੁੱਖ ਹੜਤਾਲਾਂ ਲਗਾਤਾਰ ਚੱਲ ਰਹੀਆਂ ਤਾਂ ਕਿ ਦਿੱਲੀ ਵਾਲਾ ਜੋ ਹੱਬ ਬਣਿਆ ਹੋਇਆ ਧਰਨਾ ਉਸ ਨੂੰ ਲਗਾਤਾਰ ਮਜ਼ਬੂਤੀ ਮਿਲਦੀ ਰਹੇ ਔਰ ਸੰਘਰਸ਼ ਦੀ ਜਿੱਤ ਯਕੀਨੀ ਹੋਵੇ। ਆਪਣੇ ਸਹਿਯੋਗੀ ਪਰਮਿੰਦਰ ਸਿੰਘ ਦੇ ਨਾਲ ਮੈਂ ਰਵੀ ਸੰਘਰਾਹੂਰ ਦਾ ਅਨਮਿਊਟ ਮੋਹਾਲੀ।